ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੇਟਾ, ਆਪਣੀਆਂ ਵੀਡੀਓਜ਼ ਕਿਸ ਟੌਪਿਕ ਤੇ ਚੱਲ ਰਹੀਆਂ ਨੇ ਅੱਜ ਕੱਲ੍ਹ, ਸਤੰਬਰ 2022 ਦੇ ਸੈਂਪਲ ਪੇਪਰ ਤੇ। ਠੀਕ ਹੈ ਜੀ। ਤੇ ਇਹਦੇ ਸੈਂਪਲ ਪੇਪਰ ਅੱਜ ਕਿਹਦਾ ਸੋਲਵ ਕਰ ਰਹੇ ਹਾਂ ਆਪਾਂ? 9th ਕਲਾਸ ਦਾ। ਤਾਂ 9th ਕਲਾਸ ਦਾ ਬੇਟਾ 1 to 6 ਕੁਐਸਚਨਸ ਦੀ ਜਿਹੜਾ ਵੀਡੀਓ ਹੈ ਉਹ ਪਹਿਲਾਂ ਹੀ ਅਪਲੋਡ ਹੋਈ ਹੈ ਮੇਰੇ ਚੈਨਲ ਤੇ ਮੈਂ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੂੰਗੀ ਬੱਚੇ, ਤਾਂ ਕਿ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ 1 to 6 ਕੁਐਸਚਨਸ, ਫਿਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸਮਝੋ। ਠੀਕ ਹੈ ਬੇਟਾ, ਤਾਂ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 7 ਬੇਟਾ, ਇੰਗਲਿਸ਼ ਮੀਡੀਅਮ ਵਾਲੇ ਸਟੂਡੈਂਟਸ ਆਪਣੀਆਂ ਬੁੱਕਸ ਨਾਲ ਰੱਖਿਓ ਜਦੋਂ ਸਮਝੋਗੇ ਸਮ। ਇਹ ਬੇਟਾ ਤੁਹਾਡਾ ਪ੍ਰੋਬੇਬਿਲਿਟੀ ਚੈਪਟਰ ਦਾ ਜਿਹੜਾ ਹੈ 11th ਕੁਐਸਚਨ ਹੈ, 15th ਚੈਪਟਰ ਦਾ 11th ਕੁਐਸਚਨ। ਠੀਕ ਹੈ, ਇਹ ਕੀ ਹੈ ਬੇਟਾ? ਦੇਖੋ, ਕਣਕ ਦੇ ਆਟੇ ਦੀਆਂ 11 ਥੈਲੀਆਂ ਜਿਨ੍ਹਾਂ ਤੇ 5 ਕਿਲੋ ਲਿਖਿਆ ਹੋਇਆ, ਤੇ ਅਸਲ ਵਿੱਚ ਆਟੇ ਦਾ ਜਿਹੜਾ ਹੈਗਾ ਭਾਰ ਉਹ ਇਸ ਟਾਈਪ ਨਾਲ ਦਿੱਤਾ ਹੋਇਆ, ਕਿਸੇ 'ਚ ਘੱਟ ਹੈ ਕਿਸੇ 'ਚ ਵੱਧ ਹੈ। ਠੀਕ ਹੈ, ਸਟੇਟਮੈਂਟ ਬੱਚੇ ਅਧੂਰੀ ਹੈ। ਅੱਗੇ ਸਟੇਟਮੈਂਟ ਇਹ ਹੈ ਕਿ ਫਾਈਂਡ ਦਾ ਪ੍ਰੋਬੇਬਿਲਿਟੀ ਦੈਟ ਐਨੀ ਆਫ ਥੀਜ਼ ਬੈਗਸ ਚੂਜ਼ਨ ਐਟ ਰੈਂਡਮ ਕੰਟੇਨਸ ਮੋਰ ਦੈਨ 5 kg ਆਫ ਫਲੋਰ। ਮਤਲਬ ਆਪਾਂ ਸੰਭਾਵਨਾ ਪਤਾ ਕਰਨੀ ਹੈ ਕਿ ਜਿਹੜੀਆਂ ਬੈਗਾਂ ਵਿੱਚ ਆਟੇ ਦੀ ਜਿਹੜੀ ਮਾਤਰਾ ਹੈ 5 ਕਿਲੋ ਤੋਂ ਜ਼ਿਆਦਾ ਹੈ, ਵੀ ਉਹ ਬੈਗ ਚੂਜ਼ ਹੋਇਆ। ਠੀਕ ਹੈ, ਤਾਂ 5 ਕਿਲੋ ਤੋਂ ਜ਼ਿਆਦਾ ਭਾਰ ਵਾਲੇ ਬੈਗ ਦੇ ਚੁਣੇ ਜਾਣ ਦੀ ਕੀ ਸੰਭਾਵਨਾ ਹੈ? ਤਾਂ ਸਭ ਤੋਂ ਪਹਿਲਾਂ ਬੇਟਾ ਇਹਦੇ ਸੋਲੂਸ਼ਨ ਦੇ ਵਿੱਚ ਆਪਾਂ ਲਿਖਾਂਗੇ ਟੋਟਲ ਬੈਗਸ ਕਿੰਨੇ ਨੇ। ਟੋਟਲ ਬੈਗਸ ਹੈਗੇ ਨੇ ਬੇਟਾ 11, ਕੁੱਲ ਆਟੇ ਦੀਆਂ ਥੈਲੀਆਂ। ਠੀਕ ਹੈ, ਫਿਰ ਤੁਸੀਂ ਲਿਖੋਗੇ ਨੰਬਰ ਆਫ ਬੈਗਸ ਹੈਵਿੰਗ more than 5 kg ਫਲੋਰ। ਤਾਂ ਪੰਜਾਬੀ 'ਚ ਲਿਖਾਂਗੇ ਬੇਟੇ ਆਟੇ ਦੀਆਂ ਥੈਲੀਆਂ ਜਿਨ੍ਹਾਂ ਵਿੱਚ 5 ਕਿਲੋ ਤੋਂ ਜ਼ਿਆਦਾ ਆਟਾ ਹੈ, ਉਹਨਾਂ ਦੀ ਗਿਣਤੀ। ਤਾਂ ਬੇਟਾ ਚੈੱਕ ਕਰੋ ਕਿਹਦੇ ਵਿੱਚ ਜ਼ਿਆਦਾ ਹੈ। ਦੇਖੋ, ਇੱਕ 5.05, 5.08, 5.03। ਠੀਕ ਹੈ, 5.06, 5.08 ਤੇ ਇਹ 5.04, 5.07। ਤਾਂ ਕਿੰਨੇ ਗਿਣ ਲਏ ਬੇਟਾ ਆਪਾਂ? 1 2 3 4 5 6 7। ਤਾਂ ਕਿੰਨੀਆਂ ਥੈਲੀਆਂ ਦੇ ਵਿੱਚ 5 ਕਿਲੋ ਤੋਂ ਜ਼ਿਆਦਾ ਆਟਾ ਹੈ? 7 ਦੇ ਵਿੱਚ। ਫਿਰ ਆਪਾਂ ਪ੍ਰੋਬੇਬਿਲਿਟੀ ਦਾ ਫਾਰਮੂਲਾ ਲਿਖਣਾ। ਪੰਜਾਬੀ ਵਾਲੇ ਬੱਚੇ ਲਿਖੋਗੇ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ। ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ परिणामां दी गिनती। इंग्लिश वाले स्टूडेंट्स तुसी अपना फॉर्मूला लिखोगे PE इज इक्वल टू फेवरेबल आउटकम्स ओवर टोटल नंबर ऑफ आउटकम्स। तो यदा आंसर की बनेगा बेटा? फेवरेबल की है 7, टोटल किन्ने है 11। तो प्रोबेबिलिटी आऊगी 7/11। ठीक है बेटा, समझ आ गया है क्वेश्चन। नैक्सट देखते हैं, ये थोड़े 5th चैप्टर चों है बेटा, यूक्लिड चों। हाँ जी, देखो ये ਆਪਾਂ ਨੂੰ ਦਿੱਤਾ ਹੋਇਆ कि जो AC है वो BD ਦੇ इक्वल है। ठीक है, BD ਦੇ। तो आप सिद्ध करना है कि जो AB है वो CD ਦੇ इक्वल है। तो बेटा देखो, मेरे एरोज़ लगान नाल ही ਤੁਹਾਨੂੰ ਅੱਧਾ क्वेश्चन तो समझ आ गया होगा। ਹੁਣ ਪਹਿਲਾਂ ਆਪਾਂ ਇਹਦੇ ਸੋਲੂਸ਼ਨ ਦੇ ਵਿੱਚ गिवन लिखांगे। ਦਿੱਤਾ है की दिता होया आपां नूं AC बराबर है BD। ते सिद्ध की करना आपां? टू प्रूव की करना है कि AB इज इक्वल टू CD है। ठीक है जी। तो हुण आपां इहदा प्रमाण करदे हां, प्रूफ करदे हां इसनूं। तो तुहानूं गिवन की है बेटा, उत्थों ही शुरू करांगे। AC इज इक्वल टू BD। तो AC ते BD जो आप ना लगाए ने ये दोनों एरो, तो वो BC जोड़ा एरिया है वो कॉमन आ रहा है, दोनों कोल कॉमन आ रहा है। तो दोनों पासे आप इसनूं घटा देंगे, दोनों पासे BC घटाउण ते। ठीक है, तो AC माइनस BC बराबर कितना आ गया? BD माइनस BC। तो बेटा फिगर दे विच देखो, जो आप पूरी इस AC दे विचों इस BC नूं
BC ਨੂੰ ਰਿਮੂਵ ਕਰ ਦਾਂਗੇ ਪੂਰੀ AC ਦੇ ਵਿੱਚੋਂ ਤਾਂ ਆਪਣੇ ਕੋਲੇ ਕੀ ਰਹਿ ਜਾਊਗਾ AB। ਦੇਖੋ ਇੱਧਰ ਹੈਗਾ ਆਪਣੇ ਕੋਲੇ B, ਫਿਰ C, ਫਿਰ D। ਜੇ ਪੂਰੀ BD ਦੇ ਵਿੱਚੋਂ ਆਪਾਂ ਇਸ BC ਨੂੰ ਖਤਮ ਕਰ ਦਾਂਗੇ ਤਾਂ ਆਪਣੇ ਕੋਲ ਕੀ ਰਹਿ ਜਾਊਗਾ CD। ਤਾਂ ਇਹੀ ਬੇਟਾ ਆਪਾਂ ਪ੍ਰੂਫ ਕਰਨਾ ਹੈ, ਹੈਂਸ ਪ੍ਰੂਵਡ, ਤੇ ਪੰਜਾਬੀ 'ਚ ਤੁਸੀਂ ਲਿਖ ਦੋਗੇ ਸਿੱਧ ਹੋ ਗਿਆ। ਨੈਕਸਟ ਕੁਐਸਚਨ ਕਰਦੇ ਹਾਂ। ਅੱਗੇ ਹੈ ਬੇਟੇ ਆਪਣੇ ਕੋਲੇ 9th ਕੁਐਸਚਨ। ਇਹਦੇ ਵਿੱਚ ਦਿੱਤਾ ਹੋਇਆ ਦੇਖੋ ਚਿੱਤਰ ਦਿੱਤਾ ਹੋਇਆ, ਫਿਗਰ ਦਿੱਤੀ ਹੋਈ ਹੈ। ਇਹਦੇ ਵਿੱਚ OA ਜੋ ਸਾਈਡ ਹੈ ਉਹ OB ਦੇ ਬਰਾਬਰ ਦਿੱਤੀ ਹੋਈ ਹੈ ਤੇ OD ਸਾਈਡ OC ਦੇ ਇਕੁਅਲ ਦਿੱਤੀ ਹੋਈ ਹੈ। ਠੀਕ ਹੈ ਜੀ। ਤੇ ਆਪਾਂ ਸਿੱਧ ਕਰਨਾ ਹੈ ਕਿ ਜੋ ਇਹ ਟ੍ਰਾਇੰਗਲ ਹੈ AOD ਉਹ BOC ਦੇ ਕੰਗਰੂਐਂਟ ਹੈ, ਸਰਬੰਗ ਸਮ ਹੈ। ਠੀਕ ਹੈ। ਤਾਂ ਹੁਣ ਬੇਟਾ ਦੇਖੋ, ਸਭ ਤੋਂ ਪਹਿਲਾਂ ਤੁਸੀਂ ਆਹ ਦੋਨੋਂ ਜਿਹੜੀਆਂ ਚੀਜ਼ਾਂ ਨੇ ਇਹ ਦਿੱਤਾ ਹੈ 'ਚ ਲਿਖ ਦੋਗੇ, ਮਤਲਬ ਗਿਵਨ ਦੇ ਵਿੱਚ। ਟੂ ਪ੍ਰੂਵ ਦੇ ਵਿੱਚ ਤੁਸੀਂ ਇਹ ਲਿਖ ਦੋਗੇ। ਠੀਕ ਹੈ, ਟੂ ਪ੍ਰੂਵ ਸਿੱਧ ਕਰਨਾ ਹੈ। ਹੁਣ ਆਪਾਂ ਇਸ ਦਾ ਸੋਲਿਊਸ਼ਨ ਜਾਂ ਪ੍ਰੂਫ ਕਰਦੇ ਹਾਂ। ਦੋਨੋਂ ਟ੍ਰਾਇੰਗਲਸ ਜਿਨ੍ਹਾਂ ਨੂੰ ਆਪਾਂ ਕੌਂਗਰੂਐਂਟ ਕਰਨਾ ਹੈ ਉਹਨਾਂ ਦੋਨਾਂ ਟ੍ਰਾਇੰਗਲਸ ਨੂੰ ਲੈਂਦੇ ਹਾਂ, ਦੇਖਦੇ ਹਾਂ ਉਹਦੇ ਵਿੱਚ ਕੀ ਕੀ ਆਪਾਂ ਨੂੰ ਇਕੁਅਲ ਮਿਲ ਰਿਹਾ ਹੈ। ਇਨ ਟ੍ਰਾਇੰਗਲ AOD ਐਂਡ ਟ੍ਰਾਇੰਗਲ BOC ਦੋਨਾਂ 'ਚ ਕੀ ਇਕੁਅਲ ਹੈ ਲਿਖ ਦਿਓ। OAOB ਦੇ ਇਕੁਅਲ ਹੈ, ODOC ਦੇ ਇਕੁਅਲ ਹੈ। ਇਹ ਆਪਾਂ ਕਿਵੇਂ ਲਿਖ ਦਿੱਤੇ, ਇਹ ਸਟੇਟਮੈਂਟ ਨੇ ਦਿੱਤੇ ਹੋਏ ਸੀ। ਠੀਕ ਹੈ। ਹੁਣ ਤੀਜੀ ਚੀਜ਼ ਆਪਾਂ ਲੱਭਣੀ ਹੈ, ਫੇਰ ਹੀ ਰੂਲ ਬਣੇਗਾ ਸਰਬੰਗ ਸਮਤਾ ਦਾ। ਤਾਂ ਫਿਗਰ ਨੂੰ ਧਿਆਨ ਨਾਲ ਦੇਖੋ, ਇੱਥੇ ਨੇ ਇਹ ਐਂਗਲਸ ਤੇ ਵੀ ਨਿਸ਼ਾਨੀ ਪਾਈ ਹੋਈ ਹੈ। ਤਾਂ ਇੱਥੇ ਜਾਂ ਤਾਂ ਤੁਸੀਂ ਬੇਟਾ 1 ਤੇ 2 ਨੰਬਰ ਦੇ ਸਕਦੇ ਹੋ ਫਿਗਰ ਦੇ ਵਿੱਚ ਵੀ 1 ਤੇ 2 ਐਂਗਲ ਇਕੁਅਲ ਨੇ, ਵਰਟੀਕਲੀ ਆਪੋਜ਼ਿਟ ਐਂਗਲਸ। ਪੰਜਾਬੀ 'ਚ ਲਿਖੋਗੇ ਸਿਖਰ ਸਨਮੁਖ ਕੋਣ। ਠੀਕ ਹੈ, ਇਹ ਬਰਾਬਰ ਨੇ। ਜੇ ਤੁਸੀਂ 1 2 ਨੰਬਰ ਨਹੀਂ ਪਾਣਾ ਫਿਰ ਤੁਹਾਨੂੰ ਪੂਰਾ ਐਂਗਲ ਦਾ ਨਾਮ ਲਿਖਣਾ ਪਊਗਾ। ਕਿੱਦਾਂ, ਐਂਗਲ AOD ਇਜ਼ ਇਕੁਅਲ ਟੂ ਐਂਗਲ BOC, ਐਦਾਂ ਲਿਖਣਾ ਪਊਗਾ। ਦੇਖ ਲਓ ਤੁਹਾਨੂੰ ਜਿਸ ਤਰ੍ਹਾਂ ਦੋਨਾਂ 'ਚੋਂ ਈਜ਼ੀ ਲੱਗਦਾ ਉਵੇਂ ਤੁਸੀਂ ਇਹਨੂੰ ਯੂਜ਼ ਕਰ ਲਓ। ਠੀਕ ਹੈ, ਇਹ ਐਦਾਂ ਲਿਖ ਸਕਦੇ ਹੋ। ਹੁਣ ਸਾਈਡ ਹੈ ਬੇਟਾ, ਐਂਗਲ ਹੈ, ਫਿਰ ਸਾਈਡ ਹੈ, ਸਾਈਡ ਐਂਗਲ ਸਾਈਡ। ਤਾਂ ਦੋ ਸਾਈਡਾਂ ਕੋਰਸਪੋਂਡਿੰਗ ਸਾਈਡਾਂ ਦੇ ਇਕੁਅਲ ਨੇ ਤੇ ਜਿਹੜਾ ਐਂਗਲ ਹੈ ਉਹ ਅਗਲੇ ਕੋਰਸਪੋਂਡਿੰਗ ਐਂਗਲ ਦੇ ਇਕੁਅਲ ਹੈ। ਤਾਂ ਕਿਹੜਾ ਰੂਲ ਲੱਗ ਗਿਆ, SAS ਕ੍ਰਾਈਟੇਰੀਆ। SAS ਨਿਯਮ ਅਨੁਸਾਰ। ਤਾਂ ਇਹ ਨਿਯਮ ਦੇ ਅਨੁਸਾਰ ਕੀ ਹੋ ਗਿਆ, ਜਿਹੜੀਆਂ ਆਪਣੀਆਂ ਇਹ ਟ੍ਰਾਇੰਗਲ ਸੀਗੀਆਂ ਦੋਨੋਂ ਇਹ ਕੌਂਗਰੈਂਟ ਹੋ ਗਈਆਂ। ਟ੍ਰਾਇੰਗਲ AOD ਇਜ਼ ਕੌਂਗਰੈਂਟ ਟੂ ਟ੍ਰਾਇੰਗਲ BOC। ਠੀਕ ਹੈ ਬੇਟਾ, ਸਮਝ ਆ ਗਿਆ। ਇਹ ਤਾਂ ਬਹੁਤ ਸੌਖਾ ਸੀਗਾ। ਤੁਹਾਨੂੰ ਪਹਿਲਾਂ ਹੀ ਦੋ ਸਾਈਡਾਂ ਇਕੁਅਲ ਦਿੱਤੀਆਂ ਹੋਈਆਂ ਸੀ, ਤਾਂ ਜਦੋਂ ਦੋ ਲਾਈਨਾਂ ਇੱਕ ਦੂਸਰੇ ਨੂੰ ਕੱਟਦੀਆਂ ਨੇ ਤਾਂ ਸਾਹਮਣੇ ਬਣੇ ਹੋਏ ਕੋਣ ਬਰਾਬਰ ਹੁੰਦੇ ਨੇ। ਤੇ ਉਹ ਕਿਹੜੇ ਕੋਣ ਹੁੰਦੇ ਨੇ, ਸਿਖਰ ਸਨਮੁਖ ਕੋਣ। ਇਹ ਤੀਜੀ ਚੀਜ਼ ਤੁਸੀਂ ਲਿਖਣੀ ਸੀ ਬਸ, ਤੇ ਫਿਰ ਤੁਹਾਡਾ ਆਰਾਮ ਨਾਲ ਰੂਲ ਬਣ ਗਿਆ SAS। ਜਦੋਂ ਰੂਲ ਲੱਗ ਗਿਆ ਤਾਂ ਟ੍ਰਾਇੰਗਲਸ ਕੀ ਹੋ ਗਈਆਂ, ਕੌਂਗਰੈਂਟ। ਠੀਕ ਹੈ ਬੇਟਾ, ਨੈਕਸਟ ਕੁਐਸਚਨ। ਇੱਕ ਪਾਸਾ ਇੱਕ ਵਾਰੀ ਸੁੱਟਿਆ ਗਿਆ, ਪਾਸੇ ਦੇ ਉੱਤੇ ਇੱਕ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਪਤਾ ਕਰੋ। ਅ ਡਾਈ is tossed once, find the probability of getting prime number। ਤਾਂ ਬੇਟਾ ਜਦੋਂ ਆਪਾਂ ਇੱਕ ਡਾਈਸ ਸੁੱਟਦੇ ਹਾਂ ਤਾਂ ਉਹਦੇ ਵਿੱਚ ਟੋਟਲ ਆਊਟਕਮਸ ਕਿੰਨੇ ਹੁੰਦੇ ਨੇ, ਟੋਟਲ ਆਊਟਕਮਸ ਕੀ ਆ ਸਕਦਾ। ਜਦੋਂ ਆਪਾਂ ਇੱਕ ਲੁੱਡੋ ਦੀ ਗੀਟੀ ਸਿੱਟਦੇ ਹਾਂ ਤਾਂ ਉਹਦੇ ਤੇ ਇਹ 6 ਦੇ 6 ਰਿਜ਼ਲਟਸ ਚੋਂ ਕੋਈ ਵੀ ਆ ਸਕਦਾ। ਤਾਂ ਟੋਟਲ ਆਊਟਕਮਸ ਕਿੰਨੇ ਨੇ, 6। ਤਾਂ ਉਹਦੇ ਵਿੱਚੋਂ ਪ੍ਰਾਈਮ ਨੰਬਰ ਕਿੰਨੇ ਨੇ, ਅਭਾਜ ਸੰਖਿਆਵਾਂ ਕਿੰਨੀਆਂ ਨੇ। ਅਭਾਜ ਦੇਖੋ, ਇੱਕ ਤਾਂ 2 ਹੈ, ਇੱਕ 3 ਹੈ ਤੇ ਇੱਕ 5 ਹੈ। ਇਹ ਕਿੰਨੀਆਂ ਸੰਖਿਆਵਾਂ ਹੋ ਗਈਆਂ, 3। ਪਹਿਲਾਂ ਫਾਰਮੂਲਾ ਲਿਖੋਗੇ ਫਿਰ ਪ੍ਰੋਬੇਬਿਲਿਟੀ ਲਿਖਿਓ। ਠੀਕ ਹੈ, ਤਾਂ ਪ੍ਰੋਬੇਬਿਲਿਟੀ ਆਫ ਪ੍ਰਾਈਮ ਨੰਬਰ ਕਿੰਨੀ ਹੋਗੀ, ਇਹ ਫੇਵਰੇਬਲ ਆਊਟਕਮਸ ਨੇ ਤੇ 6 ਕੀ ਹੈ, ਟੋਟਲ ਆਊਟਕਮਸ। ਘਟਾ ਲਓ ਬੇਟਾ ਇਹਨਾਂ ਨੂੰ, ਇਹ ਕਿੰਨਾ ਆਂਸਰ ਆ ਜਾਏਗਾ, 1/2। ਤਾਂ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਕਿੰਨੀ ਹੋਗੀ ਬੱਚੇ, 1/2। ਠੀਕ ਹੈ ਜੀ, ਨੈਕਸਟ ਕੁਐਸਚਨ। ਇਹਦੇ ਵਿੱਚ ਦੇਖੋ ਫਿਗਰ ਬਣੀ ਹੋਈ ਹੈ, ਇਹਦੇ ਵਿੱਚ x ਤੇ y ਦੋਨਾਂ ਦਾ ਆਪਾਂ ਮੁੱਲ ਪਤਾ ਕਰਨਾ ਹੈ। ਤਾਂ ਧਿਆਨ ਦਿਓ ਬੇਟਾ, x ਦਾ 50 ਨਾਲ ਕੀ ਰਿਲੇਸ਼ਨ ਬਣ ਰਿਹਾ ਹੈ।
एक्स का 50 नाल की रिलेशन दिख रहा है भी दोनों का सम 180 है। क्यों 180 है? क्योंकि यह लीनियर पेयर है। पंजाबी च की लिखांगे? सरल रेखी जोड़ा। तो इत्थों एक्स की वैल्यू सॉल्व कर दो। 50 प्लस का है, दूजी साइड जाके नैगेटिव हो गया। 180 चों आपां 50 घटावांगे 130, तो एक्स की वैल्यू कितनी आ गई? 130 डिग्री। हुण देखो आ दोनों लाइनस जो हैं ये इंटरसैक्टिंग ने, एक दूसरे नूं कट रही ने, ठीक। तो ये जिहड़े एंगल ने एक दूजे के सामने ने, तो वाई किस दे इक्वल होगा? 130 डिग्री दे। तो यदा रीजन की लिखोगे? वर्टिकली ओपोजिट एंगल्स। पंजाबी च लिखोगे शिखर सन्मुख कोण। तो आप एक्स ते वाई की वैल्यू ही पता करनी सी, दोनों आप करतियां। ठीक है बेटा, समझ आ गया है क्वेश्चन? हाँ जी, अगे अपना भाग ईडी शुरू हो गया। 12वां क्वेश्चन, ये 4-4 नंबर के क्वेश्चन ने। ठीक है, बहुपद है अपने को, एक पॉलीनोमीअल है। कहते जे इसनों एक्स प्लस 1 ना भाग देने आ तो बाकी पता करो। फाइंड द रिमाइंडर वैन पी एक्स इक्वल टू दिस इज डिवाइडेड बाय एक्स प्लस 1। तो यदा की मैथड है बेटा? सब तो पहला जिहदे नाल डिवाइड करना है उसकी जीरो फाइंड करते हैं, उसकी सिफर पता करते हैं। किवें पता करते हुन्ने? उहनूं बराबर है जीरो रख के। तो एक्स का उत्तर कितना आ गया? -1। हुण जदों आपां बाकी पता करना है तो इस दित्ती हुई पॉलीनोमीअल दे विच एक्स की जगह आपां नूं -1 भरना पऊगा। तो जिथे जिथे तुहानूं एक्स दिखदा बेटा, रिमाइंडर थ्योरम कहती है भी उत्थे उत्थे आपां ओह जीरो भर देनी है। तो जो आंसर आऊगा वो रिमाइंडर होगा। -1 का क्यूब है, क्यूब मतलब 3 पावर ऑड नंबर, तो यदा आंसर की आऊगा? -1। -1 के उपर स्केयर है, 2 बारी गुणा करनी है तो प्लस आ गया। उरे -3, उरे +1। एक बार थोड़ा जा सैट कर लिए इनू। देखो -3 ना +3 कट गया, +1 नाल -1 कट गया। तो अपने कोले रिमाइंडर कितना आया? 0। सो आप कहांगे रिमाइंडर या बाकी कितना बेटा? 0। समझ आ गया? अच्छा, जे तुहानूं क्वेश्चन आता है भी ये इहदा फैक्टर हैगा एक्स प्लस 1 इस पॉलीनोमीअल का फैक्टर है, तो जे बेटा रिमाइंडर आता 0 तो तुसीं लिख देना फैक्टर है। जे कुछ होर रिमाइंडर बचता है तो तुसीं लिख देना फैक्टर नहीं है। अगला इहदा जां क्वेश्चन है। ਇਹਦੇ ਵਿੱਚ ਆਪਾਂ ਨੂੰ ਇੱਕ ਪੋਲੀਨੋਮੀਅਲ ਦਿੱਤੀ ਹੋਈ ਹੈ ਕੁਆਡਰੈਟਿਕ ਤੇ ਉਸ ਦਾ ਗੁਣਨਖੰਡ ਬਣਾਉਣੇ ਆ ਆਪਾਂ। ਇਹ ਗੁਣਨਖੰਡ ਕਿਹੜੇ ਬਣਨਗੇ ਬੇਟਾ ਕੁਆਡਰੈਟਿਕ ਦੇ? ਇਹ ਬਣਨਗੇ ਸਪਲਿਟਿੰਗ ਮਿਡਲ ਟਰਮ, मतलब ਮੱਧ ਪਦ ਨੂੰ ਵੰਡਣਾ, ਵਿਚਾਲੇ ਵਾਲੀ ਰਕਮ ਨੂੰ ਵੰਡ ਦੇਣਾ। ਕਿਵੇਂ ਵੰਡਣਾ ਹੈ? ਤਾਂ ਪਹਿਲਾਂ ਪਹਿਲੀ ਰਕਮ ਨੂੰ ਤੀਜੀ ਰਕਮ ਨਾਲ ਗੁਣਾ ਕਰਾਂਗੇ। ਕਿੰਨਾ ਆ ਗਿਆ? 12। 12 ਦੇ ਆਪਾਂ ਸਾਰੇ ਪੋਸੀਬਲ ਗੁਣਨਖੰਡ ਟੋਟੇ सोच ਲਾਂਗੇ। तो ये बन गए 3। ठीक है, इन्हां चों आपां सिलैक्ट करना है कि जो मिडल टर्म तोड़नी है वो इन्हां तिन्नां चों किहदे नाल बनदी है? वो 4 ते 3 नूं जोड़न ते बनदी है। ठीक है, तो आपां इत्थे फस्ट स्टैप लिखांगे। तुसीं कुछ भी चेंज नहीं करना, सिर्फ मिडल टर्म नूं तोड़ना है। कोई साइन नहीं चेंज करना, कुछ नहीं, सिर्फ मिडल टर्म नहीं लिखनी। तो उहदी थां ते आपां इह 4x प्लस 3x लिखना है, क्योंकि 4 च 3 जोड़ के 7 बन जाते हैं। ठीक है, हुण बाहर माइनस है बेटा, तो दोनों साइन चेंज हो जाएंगे। हुण की करीदा हुंदा है? पहला पहलियां 2 रकमां चों कॉमन कढ़ना है, फिर पिछलियां 2 रकमां चों। हुण पहले हैगी 12x स्केयर, 2 दूनी 4, 4 तीए 12 ते 2 वारी हैगा x स्केयर। फिर दूजी रकम कोले है 4x। तो देखो 4 तो दोनों कोले साझा हैगा ही है, तो 1 x साझा है, तो आप 4x साझा कढ़ लिया, कॉमन कढ़ लिया। तो पहली रकम कोले की बच गया? 3x, माइनस निशानी तो वही रहूगी ना, दूजी कोले कुछ भी नहीं बचिया, तो आप की लिखांगे 1। जो कॉमन कढ़ते हैं बेटा तो कुछ भी नहीं बचिया अंदर, तो उत्थे 0 नहीं लिखना, उत्थे की लिखना है 1। हुण अगलियां चों कॉमन कढ़ते हैं। एक तो माइनस का 3 गुणा x है, तो 1 1 है, इन्हां च कुछ भी साझा नहीं, तो आप -1 लिख देना है। जो इत्थे साइन है उही साइन आप बाहर लिखना है। तो 3x की थां ते 3x रह गया, 1 की थां ते 1 रह गया। हुण इत्थे ध्यान की देना है बेटा? तुसीं माइनस बाहर कढ़िया सी ते अपना 1 सीगा प्लस का, तो इत्थे आपां नूं की लाउणा पऊगा? माइनस।
ਤਾਂ ਹੀ ਜਦੋਂ ਆਪਾਂ ਇੱਥੇ ਬ੍ਰੈਕਟ ਖੋਲਾਂਗੇ ਤਾਂ ਇਹ +1 ਬਣ ਜਾਊਗਾ। ਠੀਕ ਹੈ, ਤੁਸੀਂ ਬਸ ਇੰਨਾ ਕੁ ਯਾਦ ਰੱਖੋ ਕਿ ਦੋਨੋਂ ਬ੍ਰੈਕਟਾਂ ਇਹ ਸੇਮ ਹੋਣਗੀਆਂ ਤਾਂ ਤੁਹਾਡੇ ਗੁਣਨਖੰਡ ਸੇਮ ਹੋਣਗੇ। ਜਦੋਂ ਤੁਸੀਂ ਪਲੱਸ ਲਾ ਦਿੰਦੇ ਫਿਰ ਆਪਣੇ ਗੁਣਨਖੰਡ ਸੇਮ ਨਹੀਂ ਸੀ ਆਉਣੇ। ਠੀਕ ਹੈ, ਤੁਹਾਡੇ ਆਪਣੇ ਆਪ ਤੁਹਾਨੂੰ ਯਾਦ ਆਉਣਾ ਸੀ ਕਿ ਮਾਈਨਸ ਕਾਮਨ ਕੱਢੀ ਹੈ ਤਾਂ ਆਪਾਂ ਅੰਦਰਲੇ ਸਾਈਨ ਚੇਂਜ ਕਰਨੇ। ਪਹਿਲਾ ਗੁਣਨਖੰਡ ਕੀ ਬਣੂਗਾ ਬੇਟਾ, ਜੋ ਬਾਹਰ ਕਾਮਨ ਲਿਖਿਆ। ਦੂਜਾ ਗੁਣਨਖੰਡ ਕੀ ਬਣੂਗਾ, ਜੋ ਅੰਦਰ ਵਾਲਾ ਬ੍ਰੈਕਟ ਬਣ ਰਿਹਾ। ਠੀਕ ਹੈ ਜੀ, ਤਾਂ ਇਹ ਹੋ ਗਏ ਇਹਦੇ ਗੁਣਨਖੰਡ। ਨੈਕਸਟ ਕੁਐਸਚਨ ਦੇਖੋ, ए बी ਤੇ सी डी ਪੈਰਲਲ ਲਾਈਨਸ ਨੇ, ਬਾਕੀ ਉਹਨੇ ਕੋਣ ਵਗੈਰਾ ਦਿੱਤੇ ਹੋਏ ਨੇ, ਆਪਾਂ x ਤੇ y ਦੀ ਵੈਲਿਊ ਫਾਈਂਡ ਕਰਨੀ ਹੈ। ਹਾਂਜੀ, ਆਹ ਲਾਈਨ ए बी ਤੇ ਇਹ ਲਾਈਨ सी डी ਇੱਕ ਦੂਜੇ ਨੂੰ ਸਮਾਨਾਂਤਰ ਨੇ, ਤਾਂ ਇਹਦਾ ਮਤਲਬ ਇਹਦੀਆਂ ਦੋ ਟਰਾਂਸਵਰਸਲ ਨੇ, ਇੱਕ ਤਾਂ ਇਹ ਹੈ, ਠੀਕ ਹੈ, ਤੇ ਇੱਕ ਇਹ ਹੈ। ਉਹਨੂੰ ਆਪਾਂ ਕਲਰ ਚੇਂਜ ਕਰਕੇ ਬਣਾ ਦਿੰਦੇ ਹਾਂ। ਠੀਕ ਹੈ, ਹੁਣ ਦੇਖੋ ਬੇਟਾ ਇੱਥੇ Z ਬਣ ਰਿਹਾ ਹੈ। ਹਾਂਜੀ, ਇੱਥੇ ਤਾਂ Z ਬਣ ਰਿਹਾ, ਤਾਂ Z ਦੇ ਵਿੱਚ ਬਣੇ ਹੋਏ ਐਂਗਲ ਕੀ ਹੁੰਦੇ ਨੇ, ਇਕੁਅਲ, ਤੇ ਉਹਨਾਂ ਦਾ ਨਾਮ ਕੀ ਹੁੰਦਾ ਹੈ, ਇਕਾਂਤਰ ਅੰਦਰਲੇ ਕੋਣ ਹੁੰਦਾ ਵੈਸੇ ਤਾਂ। ਠੀਕ ਹੈ, ਆਪਾਂ ਇੰਨਾ ਕੁ ਰੀਜ਼ਨ ਲਿਖ ਦਿੰਦੇ ਹੁੰਦੇ ਹਾਂ, ਆਲਟਰਨੇਟ ਐਂਗਲਸ। ਪੂਰਾ ਲਿਖਣਾ ਹੋਵੇ ਤਾਂ ਆਲਟਰਨੇਟ ਇੰਟੀਰੀਅਰ ਐਂਗਲਸ। ਠੀਕ ਹੈ, ਉਹ ਜ਼ਿਆਦਾ ਦੂਰ ਚਲਾ ਗਿਆ ਫਿਗਰ ਦੇ ਵਿੱਚ। ਹਾਂਜੀ, x ਆਪਾਂ ਫਾਈਂਡ ਕਰ ਲਿਆ, ਹੁਣ ਆਪਾਂ y ਫਾਈਂਡ ਕਰਨਾ ਹੈ। ਦੋ ਤਰ੍ਹਾਂ ਨਾਲ ਹੋ ਸਕਦਾ ਬੇਟਾ, y ਇੱਕ ਇੱਧਰੋਂ ਦੇਖ ਲਓ Z ਬਣ ਰਿਹਾ, ਦੇਖੋ ਆਹ Z ਬਣਦਾ। ਠੀਕ ਹੈ, ਤਾਂ ਉਹਦੇ ਵਿੱਚ ਕਿਹੜੇ ਕਿਹੜੇ ਐਂਗਲ ਆ ਰਹੇ ਨੇ, 50 + y = 127। ਇਹਦਾ ਰੀਜ਼ਨ ਵੀ ਕੀ ਹੈ, ਇਕਾਂਤਰ ਕੋਣ ਨੇ, ਤਾਂ y ਇੱਧਰ ਹੀ ਰੱਖ ਲਿਆ ਆਪਾਂ, 50 ਦੂਜੀ ਸਾਈਡ ਜਾ ਕੇ ਮਾਈਨਸ ਹੋ ਗਿਆ, ਤਾਂ ਇਹ 77 ਡਿਗਰੀ ਆ ਗਿਆ। ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਕਰ ਸਕਦੇ ਹਾਂ ਬੇਟਾ, 6ਵੀਂ ਦੇ ਵਿੱਚ ਆਪਾਂ ਰੂਲ ਪੜ੍ਹਿਆ ਸੀ ਕਿ ਜਿਹੜਾ ਤਿਕੋਣ ਦੇ ਬਾਹਰਲਾ ਕੋਣ ਹੁੰਦਾ ਉਹ ਅੰਦਰ ਵਾਲੇ ਸਾਹਮਣੇ ਵਾਲੇ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ, ਤਾਂ x + y = 127 ਹੋਣਾ ਚਾਹੀਦਾ, ਐਕਸਟੀਰੀਅਰ ਐਂਗਲ ਪ੍ਰੋਪਰਟੀ। ਹੁਣ x ਆਪਾਂ ਪਤਾ ਕਰ ਲਿਆ ਸੀ, ਦੇਖੋ ਸਮੀਕਰਨ ਤਾਂ ਉਹੀ ਬਣੀ ਹੈ ਸੇਮ, 50 + y 50 + y = 127 = 127। ਤਾਂ ਜਿਸ ਟਾਈਪ ਨਾਲ ਤੁਹਾਡਾ ਦਿਮਾਗ ਚੱਲਦਾ ਉੱਥੇ ਤੁਹਾਨੂੰ ਰੂਲ ਯਾਦ ਆਉਂਦਾ, ਉਸ ਟਾਈਪ ਨਾਲ ਤੁਸੀਂ ਇਸ ਸਮ ਨੂੰ ਕਰ ਸਕਦੇ ਹੋ। ਹਾਂਜੀ, ਅਗਲਾ ਕੁਐਸਚਨ ਹੈ 3 ਅਤੇ 4 ਦੇ ਵਿਚਕਾਰ ਕੋਈ 4 ਪਰਿਮੇਯ ਸੰਖਿਆਵਾਂ ਪਤਾ ਕਰੋ। ਫਾਈਂਡ 4 ਰੈਸ਼ਨਲ ਨੰਬਰਸ ਬਿਟਵੀਨ 3 ਐਂਡ 4। ਤਾਂ ਤਰੀਕਾ ਕੀ ਹੈ ਬੇਟਾ, ਜਦੋਂ ਆਪਾਂ 4 ਪਰਿਮੇਯ ਸੰਖਿਆਵਾਂ ਕੱਢਣੀਆਂ ਨੇ ਤਾਂ 4 + 1 ਕਰ ਲਓ, ਜਿੰਨੀਆਂ ਪਰਿਮੇਯ ਸੰਖਿਆਵਾਂ ਕੱਢਣੀਆਂ ਨੇ ਉਹਦੇ +1 ਕਰ ਲਓ। ਤਾਂ ਜਿਹੜੀਆਂ ਤੁਹਾਨੂੰ ਦੋ ਰਕਮਾਂ ਦਿੱਤੀਆਂ ਹੋਈਆਂ ਨੇ 3 ਤੇ 4, ਉਹਦੇ ਵਿੱਚ ਇਸ ਜਿਹੜੇ ਅੰਕ ਤੁਸੀਂ ਪਤਾ ਕੀਤਾ 5, ਉਹਦੇ ਨਾਲ ਗੁਣਾ ਵੀ ਕਰ ਦਿਓ, ਉਹਦੇ ਨਾਲ ਭਾਗ ਵੀ ਕਰ ਦਿਓ। ਪਹਿਲਾ ਕੀ ਬਣ ਗਿਆ, ਉੱਪਰ ਵਾਲੀ ਰਕਮ ਨਾਲ ਮਲਟੀਪਲਾਈ ਹੁੰਦੀ ਹੈ, 5 ਤੀਏ 15/5। ਦੂਜਾ ਕੀ ਬਣ ਗਿਆ, 5 ਚੌਕਾ 20/5। ਤਾਂ 15 ਔਰ 20 ਦੇ ਵਿਚਾਲੇ ਆਪਾਂ 4 ਪਰਿਮੇਯ ਸੰਖਿਆਵਾਂ ਆਰਾਮ ਨਾਲ ਲਿਖ ਸਕਦੇ ਹਾਂ। 4 ਪਰਿਮੇਯ ਸੰਖਿਆਵਾਂ ਦੇਖੋ, 15 ਤੋਂ ਬਾਅਦ ਆਊਗਾ 16/5, 17/5, 18/5 ਤੇ 19/5। ਠੀਕ ਹੈ ਬੇਟਾ, ਸਮਝ ਆ ਗਿਆ ਹੈ ਕੁਐਸਚਨ ਤੁਹਾਨੂੰ? ਇਹਦੇ ਨਾਲ ਦੇ ਇੱਕ ਦੋ ਕੁਐਸਚਨਸ ਹੋਰ ਨੇ, ਉਹਦੀ ਵੀ ਪ੍ਰੈਕਟਿਸ ਕਰ ਲਿਓ। ਠੀਕ ਹੈ, ਅਗਲਾ ਹੈਗਾ ਬੇਟਾ ਦੇਖੋ ਤੁਹਾਡੇ ਹੀਰੋਨਸ ਫਾਰਮੂਲਾ, ਜਿਹੜਾ ਹੈ ਚੈਪਟਰ ਨੰਬਰ 12, ਉਹਦੇ ਵਿੱਚੋਂ ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ ਤਾਂ 18 ਤੇ 10 ਨੇ ਤੇ ਪਰਿਮਾਪ 42 ਦਿੱਤਾ ਹੋਇਆ। ਤਾਂ ਇਹਦਾ ਮਤਲਬ ਤੁਹਾਡੇ ਕੋਲ ਥਰਡ ਸਾਈਡ ਹੈ ਹੀ ਨਹੀਂ। ਦੇਖੋ ਇੱਕ ਟ੍ਰਾਇੰਗਲ ਹੈ, ਉਹਦੀਆਂ ਦੋ ਸਾਈਡਾਂ ਦੇਤੀਆਂ, ਠੀਕ ਹੈ, ਦੋ ਭੁਜਾਵਾਂ ਦੇਤੀਆਂ, ਤੇ ਇਹਨਾਂ ਤਿੰਨਾਂ ਦਾ ਜੋ ਜੋੜ ਬਣਦਾ ਤਿੰਨੇ ਭੁਜਾਵਾਂ ਦਾ ਉਹ 42 ਦੇਤਾ। ਤਾਂ ਆਪਾਂ ਸਭ ਤੋਂ ਪਹਿਲਾਂ ਥਰਡ ਸਾਈਡ ਨੂੰ ਲੈਟ ਕਰੋ। ਥਰਡ ਸਾਈਡ ਆਪਾਂ ਕਿੰਨੀ ਮੰਨ ਲਈ, C। ਮੰਨੋ ਤੀਜੀ ਭੁਜਾ ਕਿੰਨੀ ਹੈ, C। ਤਾਂ ਹੁਣ ਤਿੰਨਾਂ ਦਾ ਜੋੜ ਜਿਹੜਾ ਹੈ ਉਹ 42 ਹੈ। ਪੈਰੀਮੀਟਰ ਦਾ ਮਤਲਬ ਕੀ ਹੁੰਦਾ, ਪਰਿਮਾਪ ਦਾ ਮਤਲਬ ਕੀ ਹੁੰਦਾ, ਘੇਰਾ। ਤਾਂ 18 10 ਤੇ ਜਿਹੜੀ ਇਹ C ਹੈ, ਤਿੰਨਾਂ ਦਾ ਜੋੜ ਕਿੰਨਾ ਦਿੱਤਾ ਹੋਇਆ, 42। ਠੀਕ ਹੈ, ਤਾਂ 18 ਤੇ 10 ਹੋ ਗਏ 28। C ਕਿੰਨਾ ਆ ਗਿਆ, 42 - 28।
तीजी भुजा तुहाडे कोल आ गई बच्चे 14 सेंटीमीटर। तो तिन्ने भुजावां हो गईयां। हुण आपां सब तो पहलां एस कढना हुंदा। परिमाप दा अद्धा, तां परिमाप तुहानूं पहलां ही दित्ता होया, जोड़न दी लोड़ नहीं। किन्ना बन गया 21। उस तो बाद आपां लाउणा हुंदा हीरोन्स फॉर्मूला। त्रिभुज का खेत्रफल किहदे बराबर हुंदा हीरोन्स के मुताबक एस, एस माइनस ए, एस माइनस बी, एस माइनस सी दे उपर अंडर रूट। तो एस किन्नी कड्ढी आपां हुणी 21, ए 18, बी 10 ते सी आपां करिया 14। हाँ जी 21 चो 18 घटावांगे 3, 21 चो 10 घटावांगे 11, 21 चो 14 घटावांगे 7। प्राइम फैक्टर्स बना लो हरेक दे। 7 तिया 21, 3 भी प्राइम है, 11 भी प्राइम है, 7 भी प्राइम है। तो 3 का एक पेयर बन रहा है, 7 का एक पेयर बन रहा है। तो यदा 3 ते 7 तो आ गया बाहर, तो 11 कल्ला है वो अंदर रह जाऊगा। तो यदा आंसर आऊगा बेटा 21 अंडर रूट 11 सेंटीमीटर स्केयर, क्योंकि जो खेत्रफल लिखते हैं तो आप इकाई का स्केयर करते हैं। ठीक है बेटा, ये तो समझ आ गया। नैक्सट देखिए। हाँ जी नैक्सट क्वेश्चन हैगा तुहाडा, देखो फिगर दी हुई है। दो रेखावां ने पी क्यू ते आर एस बिंदु टी ते विचाले ये कट रही ने, तो बाकी एंगल वगैरह दिते हुए ने। एंगल आप फाइंड करना है एस क्यू टी। हाँ जी देखो इनू फिगर नूं ध्यान नाल। एस कित्थे है, एस क्यू टी आ वाला एंगल आप पता करना है। तो सब तो बेस्ट मैथड बेटा उपर वाली ट्रायंगल दे विच दो एंगल तुहानूं पता ने, थर्ड एंगल तुसीं कढ लो। दो एंगल किन्ने किन्ने पता ने, पहला ट्रायंगल का नाम लिखो। इन ट्रायंगल पी आर टी एक 95 डिग्री है, एक 40 है, तो एक जिहड़ा है पी टी आर ये पता नहीं। बराबर किन्ना 180। इहदा रीजन की लिखोगे एंगल सम प्रॉपर्टी। पंजाबी च की लिखोगे त्रिभुज दे कोणां दा जोड़। इन्हां नूं जोड़ लो 5 135। ये एंगल आ जाऊगा पी टी आर 180 चों 135 माइनस करके 45 डिग्री का आ गया बेटा। तो जिन्ना पी टी आर है उन्ना ही एस टी क्यू है। वर्टिकली ओपोजिट एंगल, देखो ए वाला एंगल हुण इस एंगल के बराबर होगा, क्योंकि लाइनस कट रही ने तो आमने सामने बन रहे हैं। ठीक है, हुण अपने कोले इस हेठ वाली ट्रायंगल दे विच दो कोण पता लग गए। तीजा आपां कढ लांगे बेटा। इन ट्रायंगल एस क्यू टी एक हैगा बेटा एंगल दिता होया तुहानूं 75, एक हैगा 45, एक जिहड़ा आपां ने पता करना है एस क्यू टी बराबर किन्ना 180। 75 ते 45 120। तो एस क्यू टी किहदे बराबर आ गया 180 माइनस 120 मतलब 60 डिग्री। देखो बेटा ये तो सौखा सवाल सी ना। पहला उपर वाली त्रिकोण देखी, उहदे विच दो कोण पता सी, तीजा कढ लिया। उस तीजे नूं आपां दूजी ट्रायंगल दे विच लै गए वर्टिकली ओपोजिट करके, तो उत्थे फिर दो एंगल मिल गए सी आपां नूं, थर्ड एंगल आपां फाइंड कर लिया। ठीक है जी। अगे हैगा बेटा मिलान करो। चार तो नहीं हैगे ये, तीन ही ने। ठीक है, चलो मिलान करते हैं। रेखी जोड़ा, तो रेखी जोड़ा किहड़ा हुंदा है बेटा जिसका जोड़ हुंदा है 180। शिखर सन्मुख कोण इत्थे चौथी चीज़ होनी चाहिए सी, या तो ये मिसप्रिंट है या मेरे कोल ही PDF च नहीं आया। चलो देखते हैं की हो सकता है। रिफ्लैक्स कोण हुंदा है बेटा जो 180 और 360 के विचकार हुंदे ने। 180 तो बड़े 360 तो छोटे। शिखर सन्मुख कोण, चलो ये मैं देखती हाँ भी ये समझ की गड़बड़ है। ये चौथी चीज़ है नहीं गी, होनी चाहिए सी। अगला देखो बेटा एक चतुर्भुज का खेत्रफल पता करना है, चतुर्भुज का। ठीक है, तो यदि पहला फिगर बनानी पऊगी आपां नूं। ए
ABCD। AB कितनी है 3 सेंटीमीटर, BC 4 सेंटीमीटर, CD भी 4 है, DA 5 है, तो AC कितना है 5। हाँ जी बेटा, तो फिर क्लीयरली दो ट्रायंगल्स बन गया। पहला ट्रायंगल केड़ी बनी ABC, पहला इस विच हीरोन्स फार्मूला लगा लो, फिर उपर वाली च लगा लांगे आपां। इहदे विच S किवें कड्डांगे बेटा 5 + 3 + 4 बटे 2 इस ट्रायंगल दे विच। ठीक है, ये हो गए 5 3 8 ते 4 12, तो S कितनी आ गई 6। त्रिभुज ABC दा खेत्रफल, तो फार्मूला लिखना पहला, वैल्यूज भरनिया ने 6 6 - 5 6 - 3 6 - 4, तो 6 गुणा 1 गुणा 3 गुणा 2, तो ये भी 6 है, वह भी 6 है। ठीक है, जे फैक्टर भी बनाने ने, देखो 3 का पेयर बन गया, 2 का पेयर बन गया, बाहर आ गया कितना रह गया 6। तो पहली ट्रायंगल का जोड़ा एरिया है वह कितना आ गया 6 सेंटीमीटर। मैं इतों रब कर रही हाँ। दूजे दे हैगे ने 5 5 4 ने साइडां, किहड़ी ट्रायंगल बनी सी वो ADC, 5 5 4 S पता कर रहे हैं, 10 ते 4 हो गए 14 बटे 2, कितना आ गया 7। त्रिभुज ADC का खेत्रफल, शक्ल दोबारा बना लीए, हुण मैनूं याद नहीं रहा भी किहड़ी साइड किन्नी किन्नी सी। AB 3 सी, BC 4, CD 4, DA 5 ते AC भी 5। हाँ जी, ADC ट्रायंगल का एरिया कढ़ रहे हैं 5 5 10 ते 4 14 ला के। ठीक है जी, तो पहला फार्मूला लिख लो, S कितना कढ़िया होया आपां 7। हाँ जी, देखो 7 × 2 × 2 × 3, तो 2 का तो पेयर बन रहा है, 2 तो बाहर आ जाऊगा, अंदर ही रह जाऊगा 21 सेंटीमीटर स्केयर। हुण आपां लिखना है चतुर्भुज ABCD का खेत्रफल, तो ये विचों दोनों त्रिकोणों का खेत्रफल जुड़ूगा, एक तो ADC का खेत्रफल है प्लस ABC का खेत्रफल है। ठीक है, ADC का आप हुणी हुणी कढ़िया 2 √21, ABC का आप कढ़िया सीगा 6 सी। हाँ जी, तो इनू कट्ठा एवें ब्रैकेट च लिख के उपर सेंटीमीटर स्केयर पा दो। ठीक है जी, चतुर्भुज का एरिया आ जाए तो तुसीं कढ़ लोगे। 2 त्रिकोणा बन गई, दोनों त्रिकोणों के विच हीरोन्स फार्मूला लगाओ, तो वो जोड़े आंसर आएंगे एंड ते प्लस कर दो। 18वां क्वेश्चन, 2 सिक्कियां नूं इकट्ठे 500 बार उछालिया जाता है, हरेक घटना के घटन की संभावना पता करो। ये 15.1 का ही क्वेश्चन है बेटा। क्वेश्चन नंबर हैगा ये, मैं देख के दसदी हाँ तुहानूं किहड़ा क्वेश्चन है बुक चों। यह एग्जाम्पल है बेटा, एग्जाम्पल नंबर 2। तो देखो टोटल आउटकम्स किन्ने ने, टोटल आउटकम्स बेटा 500, क्योंकि 500 बार सिक्का उछालिया गया। हुण इन्हें क्या हरेक घटना के घटन की संभावना पता करनी है, तो P2 हैड की की संभावना होगी, 2 चित्त की की संभावना होगी, जिन्ना है ओवर जिन्ना टोटल है। जे तो इनू कटा सकते हो फिर तो ठीक है, नहीं तो फिर तुसीं इनू इत्थे ही छड्ड दिओ। 5 के पहाड़े ते कटा लिया मैं, ये आ गया 5 ते पहाड़े ते 105 नूं घटा के 21 ते 500 नूं घटा के 100। प्रोबेबिलिटी ऑफ 1 हैड ये होगा 275 बटे 500, 25 के टेबल ते कटाउणा पऊगा 11। ठीक है, तीजा 2 ही ने तो नहीं, तीजा हैगा 9 हैड, ये हैगा 120 बटे 500। बस 0 नाल 0 कट के इनू तुसीं 2 के पहाड़े ते कटा सकते हो। अच्छा, जे नहीं कटाउणा तुसीं ऐदां भी लिखे होने हो तां भी वो ठीक मन्निया जाऊगा।
ठीक है जी। नैक्सट क्वेश्चन, नैक्सट भी है तो यह लास्ट भी है। ਇਹਦੇ ਵਿੱਚ ਕੀ ਦਿੱਤਾ ਹੋਇਆ ਹੈ, ABC ਹੈ ਇਹ ਵਾਲੀ ਟ੍ਰਾਇੰਗਲ ਤੇ DBC ਹੇਠਾਂ ਵਾਲੀ ਟ੍ਰਾਇੰਗਲ। BC ਆਧਾਰ ਉੱਤੇ ਨੇ ਤੇ ਦੋਨੇ ਕੀ ਨੇ, ਸਮ ਦੋ ਭੁਜੀ। ਸਿੱਧ ਕਰਨਾ ਆਪਾਂ ਵੀ ਜਿਹੜਾ ਐਂਗਲ ਆਹ ABD ਹੈ ਉਹ ਇਸ ਪੂਰੇ ਐਂਗਲ ਦੇ ਬਰਾਬਰ ਹੈ। ਤਾਂ ਬੇਟਾ ਇਹਦੇ ਲਈ ਤੁਹਾਨੂੰ ਇੱਕ ਥੋੜਾ ਜਿਹਾ ਰੂਲ ਯਾਦ ਰੱਖਣਾ ਪਊਗਾ ਵੀ ਜੇ ਦੋ ਭੁਜਾਵਾਂ ਬਰਾਬਰ ਨੇ ਤਾਂ ਉਹਨਾਂ ਦੇ ਨਾਲ ਸਾਹਮਣੇ ਬਣਾਏ ਹੋਏ ਕੋਣ ਵੀ ਬਰਾਬਰ ਹੁੰਦੇ ਨੇ। ਠੀਕ ਹੈ, ਤਾਂ ਹੁਣ ਦਿੱਤਾ ਹੈ, ਲਿਖ ਲਿਓ ਤੁਸੀਂ ਇਹ ਵਾਲਾ ਸਾਰਾ, ਸਿੱਧ ਕਰਨਾ ਹੈ ਲਿਖ ਲਿਓ ਇਹ ਹੈ। ਤੇ ਹੁਣ ਆਪਾਂ ਇਹਦਾ ਪ੍ਰੂਫ ਲਿਖਦੇ ਹਾਂ। ਪ੍ਰੂਫ ਦੇ ਵਿੱਚ ਤੁਸੀਂ ਕੀ ਕਹੋਗੇ, ਇਨ ਟ੍ਰਾਇੰਗਲ ABC ਕਿਹੜੀ ਕਿਹੜੀ ਸਾਈਡ ਬਰਾਬਰ ਦਿੱਤੀ ਹੋਈ ਹੈ, AB ਇਜ਼ ਇਕੁਅਲ ਟੂ AC। ਇੱਥੇ ਰੀਜ਼ਨ ਦੇ ਦੋਗੇ ਵੀ ਇਹ ਗਿਵਨ ਹੈ। ਹੁਣ ਜਦੋਂ ਦੋ ਭੁਜਾਵਾਂ ਬਰਾਬਰ ਹੁੰਦੀਆਂ ਬੇਟਾ ਤਾਂ ਰੂਲ ਦੇ ਅਕੋਰਡਿੰਗਲੀ ਉਹਨਾਂ ਦੇ ਸਾਹਮਣੇ ਵਾਲੇ ਕੋਣ ਵੀ ਬਰਾਬਰ ਹੁੰਦੇ ਨੇ। ਤਾਂ ਇਟ ਇੰਪਲਾਈਜ਼ ਕੋਣ ਇੱਕ ਜਿਹੜਾ ਹੈ ਕੋਣ ਦੋ ਦੇ ਬਰਾਬਰ ਹੋਊਗਾ। ਇਹਦਾ ਰੀਜ਼ਨ ਕੀ ਲਿਖੋਗੇ, ਐਂਗਲ ਆਪੋਜ਼ਿਟ ਟੂ ਇਕੁਅਲ ਸਾਈਡਸ। ਠੀਕ ਹੈ, ਇਹ ਰੀਜ਼ਨ ਥੋੜਾ ਜਿਹਾ ਇਹਦੇ ਪੁਆਇੰਟਾਂ 'ਚ ਹੀ ਆ ਗਿਆ। ਉੱਪਰ ਜੇ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਐਂਗਲ ਆਪੋਜ਼ਿਟ ਟੂ ਇਕੁਅਲ ਸਾਈਡਸ, ਪੰਜਾਬੀ 'ਚ ਲਿਖ ਲਿਓ ਬੇਟਾ ਬਰਾਬਰ ਭੁਜਾਵਾਂ ਦੇ ਸਨਮੁਖ ਕੋਣ। ਇਹਨੂੰ ਨੰਬਰ 1 ਦੇ ਦਿਓ। ਹੁਣ ਹੇਠਾਂ ਵਾਲੀ ਟ੍ਰਾਇੰਗਲ ਲੈ ਲਓ, ਇਨ ਟ੍ਰਾਇੰਗਲ BCD ਜਿਹੜਾ BD ਹੈ ਉਹ CD ਦੇ ਇਕੁਅਲ ਹੈ, BD CD ਦੇ ਇਕੁਅਲ ਹੈ। ਤਾਂ ਇਹਦਾ ਮਤਲਬ ਜਿਹੜਾ ਇਹ ਵਾਲਾ ਐਂਗਲ ਹੈ 3 ਤੇ 4 ਇਹ ਇਕੁਅਲ ਹੋਣਗੇ। ਇਹਦਾ ਵੀ ਇਹੀ ਰੀਜ਼ਨ ਲਿਖ ਦੇਣਾ। ਠੀਕ ਹੈ, ਇਹਨੂੰ ਨੰਬਰ ਦੇ ਦਾਂਗੇ 2। ਹੁਣ ਇਹਨਾਂ ਨੂੰ ਕਰਨਾ ਬੇਟਾ ਆਪਾਂ ਐਡ 1 ਐਂਡ 2। ਇੱਕ ਪਾਸੇ ਤਾਂ ਐਡ ਹੋ ਗਏ ਦੇਖੋ 1 ਤੇ 3, ਦੂਜੇ ਪਾਸੇ ਐਡ ਹੋ ਗਏ 2 ਤੇ 4। ਇੱਕ ਇਹਦਾ ਇੰਨਾ ਕੁ ਵੀ ਧਿਆਨ ਰੱਖਿਓ ਕਿ ਜਦੋਂ ਆਪਾਂ ਜੋੜਨਾ ਤਾਂ ਇੱਕ ਵਾਲੇ ਪਾਸੇ ਆਹੀ ਵਾਲਾ ਜਿਹੜਾ ਤੁਸੀਂ ਥੱਲੇ ਨੰਬਰ ਦਿੱਤਾ ਹੋਊਗਾ ਉਹੀ ਆਵੇ, ਤਾਂ ਹੀ ਇਹ ਜੁੜ ਸਕਦਾ। ਹੁਣ 1 ਤੇ 3 ਇਹ ਕਿਹੜਾ ਐਂਗਲ ਬਣ ਗਿਆ, ਇਹ ਪੂਰਾ ਐਂਗਲ ਇਹ ਬਣ ਗਿਆ ABD। 2 ਤੇ 4 ਨੂੰ ਜੋੜ ਕੇ ਇੱਧਰਲਾ ਪੂਰਾ ਐਂਗਲ ਬਣ ਗਿਆ ACD। ਦੇਖੋ ਇਹੀ ਆਪਾਂ ਸਿੱਧ ਕਰਨਾ ਸੀ, ਐਂਡ ਤੇ ਲਿਖ ਦਾਂਗੇ ਸਿੱਧ ਹੋ ਗਿਆ। ਪੰਜਾਬੀ 'ਚ ਇੰਗਲਿਸ਼ 'ਚ ਲਿਖ ਦੋਗੇ ਹੈਂਜ਼ ਪ੍ਰੂਵਡ। ਤਾਂ ਬੇਟਾ ਇਹ ਸੀਗਾ ਤੁਹਾਡਾ ਜਿਹੜਾ ਹੈ ਸੈਂਪਲ ਪੇਪਰ, ਜਿਹੜਾ ਆਪਾਂ ਅੱਜ ਪੂਰਾ ਕੰਪਲੀਟ ਕਰ ਲਿਆ। ਇਹਨੂੰ ਧਿਆਨ ਨਾਲ ਵੀਡੀਓ ਨੂੰ ਸੁਣ ਲਿਓ, ਸਮਝ ਲਿਓ ਤੇ ਇਸ ਦੇ ਨਾਲ ਨਾਲ ਦੇ ਕੁਐਸਚਨ ਟਾਈਪ ਦੇ ਆਪਣੀ ਬੁੱਕ ਦੇ ਵਿੱਚੋਂ ਲੱਭ ਕੇ ਉਹਨਾਂ ਨੂੰ ਵੀ ਸੋਲਵ ਕਰਿਓ। ਠੀਕ ਹੈ ਬੇਟਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਇਸ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਤੇ ਜੇ ਹਾਲੇ ਤੱਕ ਬੇਟਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਇਸ ਨੂੰ ਸਬਸਕ੍ਰਾਈਬ ਕਰ ਲਓ। ਠੀਕ ਹੈ ਜੀ, ਬਾਏ ਬੇਟਾ, ਟੇਕ ਕੇਅਰ।